अस्सलाम वालेकुम। ਅੱਜ ਆਪਾਂ ਸੀਐਸਐਸ ਦਾ 2018-19 ਤੇ 22 ਦੇ ਵਿੱਚ ਆਉਣ ਵਾਲਾ ਇੱਕ ਇੰਤਹਾਈ ਇੰਪੋਰਟੈਂਟ ਟੌਪਿਕ ਡਿਸਕਸ ਕਰਾਂਗੇ ਜਿਹਦਾ ਨਾਮ ਹੈ ਬੋਲੀਆਂ। ਤੇ ਇਹ ਲੋਕ ਅਦਬ ਵਿੱਚ ਵੀ ਹਰ ਸਾਲ ਆਂਦਾ ਹੈ। ਯਾਨੀ ਲੋਕ ਅਦਬ ਇੱਕ ਵੱਡਾ ਟੌਪਿਕ ਹੈ, 16 ਨੰਬਰ ਦਾ ਆਂਦਾ ਹੈ, ਤੇ ਬੋਲੀਆਂ ਕੱਲਾ ਜਿਹੜਾ ਆਂਦਾ ਹੈ ਉਹ 10 ਨੰਬਰ ਜਾਂ 8 ਨੰਬਰ ਦਾ ਆਂਦਾ ਹੈ। ਤੇ ਲਿਹਾਜ਼ਾ ਆਪਾਂ ਇਹਨੂੰ ਹੁਣ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲੇ ਤੁਸੀਂ ਪੁਆਇੰਟ ਇਹ ਲਿਖਣਾ ਹੈ, ਕੋਈ ਵੀ ਲੋਕ ਗੀਤ ਆਵੇ ਕਿ ਬੋਲੀਆਂ ਕੀ ਆ, ਇੱਕ ਲੋਕ ਗੀਤ ਆ। ਅੱਗੇ ਤੁਸੀਂ ਸਾਰੀ ਡਿਟੇਲ ਮੈਂ ਤੁਹਾਨੂੰ ਕਿੰਨੀ ਵਾਰੀ ਦੱਸ ਚੁੱਕਿਆ ਕਿ ਲੋਕ ਗੀਤ ਕੀ ਹੁੰਦੇ ਆ, ਕੋਈ ਕਿਸੇ ਇਲਾਕੇ ਦੀ ਜਾਂ ਪੰਜਾਬੀ ਸਕਾਫਤ ਦੀ ਨੁਮਾਇੰਦਗੀ ਕਰਦੇ ਆ, ਆਮ ਲੋਕ ਹੀ ਬਣਾਉਂਦੇ ਆ, ਆਮ ਲੋਕ ਹੀ ਇਹਨੂੰ ਗਾਉਂਦੇ ਆ, ਤੇ ਇਹਦੇ 'ਚ ਕੋਈ ਫਨੀ ਸ਼ਾਇਰੀ ਖੂਬੀਆਂ ਨਹੀਂ ਹੁੰਦੀਆਂ। ਨੰਬਰ 2, ਤੁਸੀਂ ਉਹਦੇ 'ਚ ਡਿਸਕਸ ਕਰੋਗੇ ਡੈਫੀਨੇਸ਼ਨ। ਆ ਤੁਸੀਂ ਬਹੁਤ ਜ਼ਰੂਰੀ ਗੱਲ ਯਾਦ ਰੱਖਣੀ ਹੈ ਕਿ ਪਹਿਲੇ ਉਹਦਾ ਇੰਟਰੋਡਕਸ਼ਨ ਦੇ ਕੇ ਬਾਅਦ 'ਚ ਉਹਦੀ ਡੈਫੀਨੇਸ਼ਨ ਲਿਖਣੀ ਹੈ। ਬੋਲੀਆਂ ਕੀ ਹੈ? ਬੋਲੀਆਂ ਉਹ ਇੱਕ ਗੀਤ ਹੈ ਜਿਹਦੇ ਅੰਦਰ ਤੁਸੀਂ ਕਿਸੇ ਨੂੰ ਜਾਂ ਕੋਈ ਕੋਲ ਦੇਣਾ ਹੁੰਦਾ ਹੈ, ਜਾਂ ਤੁਸੀਂ ਉਹਨੂੰ ਕੋਈ ਤਾਨਾ ਦੇਣਾ ਹੁੰਦਾ ਹੈ, ਤੁਸੀਂ ਜਾਂ ਉਹਨੂੰ ਕਿਸੇ ਮਾਰਨਾ ਹੁੰਦਾ ਹੈ, ਜਾਂ ਇਸ ਕੰਮ ਲਈ ਤੁਸੀਂ ਤਮਾਮ ਜਿਹੜੇ ਗੀਤ ਗਾਉਂਦੇ ਨੇ ਉਹਨੂੰ ਬੋਲੀਆਂ ਕਹਿੰਦੇ ਨੇ। ਠੀਕ ਆ, ਯਾਨੀ ਕੋਲ ਦੇਣਾ, ਤਾਨਾ ਦੇਣਾ ਜਾਂ ਮਾਰਨਾ, ਜਾਂ ਇਹਨੂੰ ਕਹਿ ਲਓ ਤੁਸੀਂ ਕਿ ਮਾਰਦੇ ਦੀ ਤੁਸੀਂ ਡਿਟੇਲ ਲੈਣੀ ਆ ਤੇ ਕਹਿ ਲਓ ਤਨਕੀਦ ਕਰਨਾ। ਯਾਨੀ ਕਿਸੇ ਦੂਸਰੇ ਸ਼ਖਸ ਤੇ ਤਨਕੀਦ ਕਰਨ ਲਈ, ਤਾਨਾ ਦੇਣ ਲਈ ਜਾਂ ਕੋਲ ਕਰਾਰ ਕਰਨ ਲਈ ਜਿਹੜਾ ਤੁਸੀਂ ਗੀਤ ਗਾਉਂਦੇ ਆ ਉਹਨੂੰ ਤੁਸੀਂ ਬੋਲੀਆਂ ਕਹਿੰਦੇ ਆ। ਹੁਣ ਆਪਾਂ ਇਹ ਦੇਖਾਂਗੇ ਕਿ ਬੋਲੀਆਂ ਦੇ ਅੰਦਰ ਕਿਹੜੇ ਕਿਹੜੇ ਮੌਜੂ ਹੋ ਸਕਦੇ ਨੇ। ਬੋਲੀਆਂ ਦੇ ਅੰਦਰ ਕੋਈ ਵੀ ਮੌਜੂ ਹੋ ਸਕਦਾ ਹੈ, ਯਾਨੀ ਕਿਸੇ ਦੇ ਜਜ਼ਬਾਤ ਵੀ ਹੋ ਸਕਦੇ ਨੇ, ਕੋਈ ਤਾਨਾ ਵੀ ਹੋ ਸਕਦਾ ਹੈ, ਕੋਈ ਕੋਲ ਵੀ ਹੋ ਸਕਦਾ ਹੈ, ਯਾਨੀ ਇਹਦੇ ਮਾਸ਼ਰਤੀ ਜਿਹੜੇ ਮੌਜੂ ਹੈ ਉਹ ਹੋ ਸਕਦੇ ਨੇ। ਤੇ ਇਹਦੇ ਅੰਦਰ ਹੋਰ ਇਹਦੇ ਜਿਹੜੇ ਬੋਲੀਆਂ ਹੋਣਗੀਆਂ ਉਹਦਾ ਜਿਹੜਾ ਸਟਰਕਚਰ ਹੋਊਗਾ ਉਹ ਕਿੱਦਾਂ ਦਾ ਹੋਊਗਾ। ਯਾਨੀ ਆ ਹੋ ਗਿਆ ਆਪਣੀ ਮੌਜੂ, ਤੇ ਆ ਜਿਹੜਾ ਹੋ ਗਿਆ ਉਹਨਾਂ ਦਾ ਜਿਹੜਾ ਸਟਰਕਚਰ। ਇਹ ਸਟਰਕਚਰ ਜਿਹੜਾ ਬੋਲੀ ਹੁੰਦੀ ਹੈ ਇਹ ਇੱਕ ਮਿਸਰੇ ਦੀ ਹੁੰਦੀ ਹੈ, ਇੱਕ ਮਿਸਰੇ ਦੀ। ਉਹਨੂੰ ਤੋੜ ਕੇ ਦੋ ਮਿਸਰਿਆਂ ਅੰਦਰ ਵੰਡ ਲਿਆ ਜਾਂਦਾ ਹੈ, ਦੋ ਮਿਸਰਿਆਂ ਅੰਦਰ ਵੰਡ ਲਿਆ ਜਾਂਦਾ ਹੈ। ਯਾਨੀ ਤੁਸੀਂ ਇਹ 'ਚ ਸਿੱਖਿਆ ਕਿ ਇਹ ਲੋਕ ਗੀਤ ਆ, ਉਹਦੀ ਕਿਸਮ ਆ, ਉਹਦੀ ਡਿਟੇਲ ਲਿਖ ਦੇਣੀ ਹੈ, ਇਹਦੀ ਡੈਫੀਨੇਸ਼ਨ ਲਿਖ ਦੇਣੀ ਹੈ, ਇਹਦਾ ਮੌਜੂ ਕੀ ਹੈ ਤੇ ਇਹਦਾ ਸਟਰਕਚਰ ਕੀ ਹੈ। ਹੁਣ ਆਪਾਂ ਇੰਪੋਰਟੈਂਟ ਕੁਐਸਚਨ 2-4 ਬੋਲੀਆਂ ਡਿਸਕਸ ਕਰਾਂਗੇ ਜਿਹੜੇ ਕਿ ਆਪਣੀ ਰਵਾਇਤੀ ਜ਼ਿੰਦਗੀ ਦੇ ਅੰਦਰ ਵੀ ਆਮ ਹੈ। ਤੁਸੀਂ ਕਿਤਾਬਾਂ ਦੇ ਪਿੱਛੇ ਲੱਗ ਕੇ ਕੋਈ ਮੋਟੀਆਂ ਤੇ ਮੁਸ਼ਕਲ ਬੋਲੀਆਂ ਯਾਦ ਨਹੀਂ ਕਰਨੀਆਂ। ਮੈਂ ਤੁਹਾਨੂੰ ਇੰਤਹਾਈ ਆਸਾਨ ਬੋਲੀਆਂ ਲਿਖਾਉਣ ਲੱਗਾ ਵਾਂ, ਤੁਸੀਂ ਇਹਨੂੰ ਯਾਦ ਕਰਦੇ ਜਾਓ, ਨਾਲ ਲਿਖਦੇ ਜਾਓ ਜਾਂ ਪੜ੍ਹਦੇ ਜਾਓ। ਤੇ ਆ ਬੋਲੀ ਹੁਣ ਕਿਹਨੇ ਨਹੀਂ ਸੁਣੀ ਹੋਈ। ਯਾਨੀ ਉਥੇ 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 ਅਮਲਾ ਦੇ ਹੋਣੇ ਨੇ ਨਬੇੜੇ, ਉਥੇ ਅਮਲਾ ਦੇ ਹੋਣੇ ਨੇ ਨਬੇੜੇ, ਕਿਸੇ ਨਹੀਂ ਤੇਰੀ ਜ਼ਾਤ ਪੁੱਛਣੀ, ਕਿਸੇ ਨਹੀਂ ਤੇਰੀ ਜ਼ਾਤ ਪੁੱਛਣੀ। ਯਾਨੀ ਇਹ ਬੋਲੀ ਹੈ ਜਿਹੜਾ ਕਿ ਹਰ ਇੱਕ ਨੂੰ ਆਂਦੀ ਹੈ, ਕਿਸੇ ਨਹੀਂ ਤੇਰੀ ਜ਼ਾਤ ਪੁੱਛਣੀ। ਤੁਸੀਂ ਇਹਨੂੰ ਆਪਣੇ ਜਿਹੜੇ ਨੋਟਬੁੱਕ ਆ ਉਹਦੇ 'ਚ ਲਿਖ ਲੈਣਾ ਵਾ। ਨੰਬਰ 2 ਜਿਹੜੀ ਆਪਾਂ ਬੋਲੀ ਡਿਸਕਸ ਕਰਾਂਗੇ ਉਹ ਆ ਵਾ ਕਿ ਰੰਨਾ ਵਾਲਿਆਂ ਦੇ ਪੱਕਣ ਪਰੌਂਠੇ, ਰੰਨਾ ਵਾਲਿਆਂ ਦੇ ਪੱਕਣ ਪਰੌਠੇ ਤੇ ਛੜਿਆਂ ਦੀ ਅੱਗ ਨਾ ਭਲੇ। ਯਾਨੀ ਆ ਬੋਲੀ ਤੁਹਾਡੇ ਵੀ ਦਿਲ ਨੂੰ ਤੜਪਾਉਂਦੀ ਹੋਏਗੀ ਕਿ ਰੰਨਾ ਵਾਲਿਆਂ ਦੇ ਪੱਕਣ ਪਰੌਂਠੇ ਤੇ ਛੜਿਆਂ ਦੀ ਅੱਗ ਵੀ ਨਾ ਬੱਲੇ। ਠੀਕ ਹੋ ਗਿਆ। ਇਹ ਦੋ ਇੰਤਹਾਈ ਆਸਾਨ ਬੋਲੀਆਂ ਵਾ। ਹੋਰ ਵੀ ਮੈਂ ਤੁਹਾਨੂੰ ਲਿਖ ਦਿੰਦਾ ਵਾਂ ਜਿਹੜੀਆਂ ਕਿ ਆਪਣੀ ਜ਼ਿੰਦਗੀ ਦੇ ਅੰਦਰ ਆਮ ਚੱਲਦੀਆਂ ਰਹਿੰਦੀਆਂ ਵਾ। ਯਾਨੀ ਤੁਸੀਂ ਆ ਸੁਣਿਆ ਹੋਏਗਾ, ਤੇਰੇ ਲੌਂਗ ਦਾ ਪਿਆ ਲਸ਼ਕਾਰਾ, ਤੇਰੇ ਲੌਂਗ ਦਾ ਪਿਆ ਲਸ਼ਕਾਰਾ, ਤੇ ਹਾਲੀਆਂ ਨੇ ਹੱਲ ਢੱਕ ਲਏ, ਤੇ ਹਾਲੀਆਂ ਨੇ ਹੱਲ ਡੱਕ ਲੇ। ਯਾਨੀ ਤੈਨੂੰ ਦੇਖਦੇ ਹੀ ਸਾਰਿਆਂ ਨੇ ਆਪਣਾ ਕੰਮ ਕਰਨਾ ਬੰਦ ਕਰ ਦਿੱਤਾ। ਇਹਦਾ ਮਤਲਬ ਆ ਵਾ। ਤੇ ਇੱਕ ਹੋਰ ਤੁਹਾਨੂੰ ਆਸਾਨ ਬੋਲੀ ਦੱਸਦਾ ਵਾਂ ਕਿ ਗੋਰੀ ਭੁੱਲ ਗਈ ਦੰਦਾਸਾ ਮਲਣਾ। ਯਾਨੀ ਦੰਦ ਸਾਫ਼ ਕਰਨ ਲਈ ਜਿਹੜਾ ਮਲਿਆ ਜਾਂਦਾ ਹੈ, ਦੰਦਾਸਾ ਮਲਣਾ, ਤੇ ਤੇ ਗਿੱਝ ਗਈ ਕੋਲਗੇਟ ਤੇ। ਯਾਨੀ ਗੋਲੀ ਦੰਦਾਸਾ ਮਲਣਾ ਤੇ ਭੁੱਲ ਗਈ ਆ, ਕਿਉਂਕਿ ਹੁਣ ਉਹ ਗਿੱਝ ਗਈ ਆ ਕੋਲਗੇਟ ਦੇ ਉੱਤੇ। ਠੀਕ ਹੋ ਗਿਆ। ਇਹ 4 ਇੰਤਹਾਈ ਆਸਾਨ ਬੋਲੀਆਂ ਵਾ। ਆਪਾਂ ਇੱਕ ਅੱਧੀ ਹੋਰ ਲਿਖ ਲੈਂਦੇ ਆ, ਜਿੱਦਾਂ ਕਿ ਹੁਣ ਤੂੰ ਜੰਗ ਬੰਦ ਕਰ ਦੇ ਹਿਟਲਰ, ਹੁਣ ਤੂੰ ਜੰਗ ਬੰਦ ਕਰ ਦੇ ਹਿਟਲਰ,
ਹੁਣ ਤੂੰ ਜੰਗ ਬੰਦ ਕਰ ਦੇ ਹਿਟਲਰ, ਬੱਚੇ ਮੁੱਕ ਗਏ ਨੇ ਮਾਵਾਂ ਦੇ। ਯਾਨੀ ਹੁਣ ਤੂੰ ਹਿਟਲਰਾ ਜੰਗ ਬੰਦ ਕਰ ਦੇ, ਕਿਉਂਕਿ ਬੱਚੇ ਮੁੱਕ ਗਏ ਨੇ ਮਾਵਾਂ ਦੇ। ਇੱਕ ਹੋਰ ਆਪਾਂ ਆਸਾਨ ਬੋਲੀ ਵੀ ਤੁਹਾਨੂੰ ਮੈਂ ਉਹਦਾ ਹਿੰਟ ਦੇ ਦਿੰਦਾ ਵਾਂ, ਲਿਹਾਜ਼ਾ ਤੁਸੀਂ ਆਹ 6 ਬੋਲੀਆਂ ਚੋਂ ਕੋਈ 4 ਯਾਦ ਕਰ ਲੈਣੀਆਂ ਜਿਹੜੀਆਂ ਤੁਹਾਨੂੰ ਇੰਤਹਾਈ ਆਸਾਨ ਲੱਗਦੀਆਂ। ਮੈਂ ਤੁਹਾਡੇ ਲਈ ਉਹ ਬੋਲੀਆਂ ਲੈ ਕੇ ਆਇਆ ਜਿਹੜੀਆਂ ਕਿ ਆਮ ਰੋਜ਼ਮਰਾ ਜ਼ਿੰਦਗੀ 'ਚ ਵੀ ਬੋਲੀਆਂ ਜਾਂਦੀਆਂ ਹੈ। ਜਿੱਦਾਂ ਕਿ ਹੁਣ ਦੇਖੋ, ਸਾਡਾ ਦੇਸ਼ ਸੁਹਾਗਣ ਸਾਰਾ ਤੇ ਚੱਪੇ ਚੱਪੇ ਖੂਹ ਵਗਦੇ। ਇਹ ਜਿਹੜੇ ਪੇਂਡੂ ਰਹਿੰਦੇ ਆ ਉਹਨਾਂ ਲਈ ਤੇ ਇਹ ਇੰਤਹਾਈ ਆਸਾਨ ਆ, ਕਿਉਂਕਿ ਇਹਦੇ ਚ ਅੱਧੀਆਂ ਨਾ ਜ਼ਿਆਦਾ ਬੋਲੀਆਂ ਤੇ ਉੱਥੇ ਬੋਲੀਆਂ ਜਾਂਦੀਆਂ ਹੈ। ਬਾਕੀ ਤੇ ਸ਼ਹਿਰਾਂ ਵਿੱਚ ਵੀ 4 ਬੋਲੀਆਂ ਬੋਲੀਆਂ ਜਾਂਦੀਆਂ ਹੈ। ਸਾਡਾ ਦੇਸ਼ ਸੁਹਾਗਣ ਸਾਰਾ ਤੇ ਚੱਪੇ ਚੱਪੇ ਖੂਹ ਵਗਦੇ। ਲਿਹਾਜ਼ਾ ਤੁਸੀਂ ਇਹ ਦੱਸੋ ਤੁਹਾਨੂੰ ਇਹ ਲੈਕਚਰ ਕਿੱਦਾਂ ਦਾ ਲੱਗਾ, ਤੇ ਤੁਸੀਂ ਅਗਰ ਸਾਰੇ ਪੁਰਾਣੇ ਪੇਪਰਾਂ ਦੀ ਪਲੇਲਿਸਟ ਦੇਖਣਾ ਚਾਹੁੰਦੇ ਆ ਤੇ ਤੁਸੀਂ ਸਕੋਲਰ ਅਕੈਡਮੀ ਨੂੰ ਵਿਜ਼ਿਟ ਕਰੋ ਤੇ ਸਾਨੂੰ ਲਾਜ਼ਮੀ ਆਪਣੀ ਰਾਹ ਤੋਂ ਆਗਾਹ ਕਰੋ ਕਿ ਤੁਹਾਨੂੰ ਇਹ ਲੈਕਚਰ ਕਿੱਦਾਂ ਦੇ ਲੱਗ ਰਹੇ ਨੇ। शुक्रिया। अगर आप किसी भी मुकाबला जाती इम्तिहान CSS, PMS, PPSC के लिए परेशान हैं तो परेशानी छोड़िए और स्कॉलर अकेडमी को सब्सक्राइब कीजिए और मुस्तकबिल को बेहतर बनाइए।